ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੈ ਮੂਲ ਗਵਾਏ ਜੀਓ। ਗੁਰਮੁਖ ਤੇ ਲਾਹਾ ਲੈ ਰਹੇ ਹਨ ਤੇ ਜਿਹੜੇ ਮਨਮੁਖ ਹਨ ਉਹ ਅਜੇ ਸੰਸਾਰਿਕ ਸੁੱਖਾਂ ਦੀਆਂ ਗੱਲਾਂ ਹੀ ਸੁਣ ਰਹੇ ਹਨ। ਉਹੋ ਹੀ ਉਹਨਾਂ ਨੂੰ ਚੰਗੀਆਂ ਲੱਗ ਰਹੀਆਂ ਹਨ, ਤਦੇ ਹੀ ਇਹ ਰਿਕਾਰਡਿੰਗ ਵੀ ਪਾਈ ਹੈ, ਜਿਹਦੇ ਵਿੱਚ ਇੱਕ ਪ੍ਰਚਾਰਕ ਕਹਿ ਰਿਹਾ ਹੈ ਵੀ ਸਾਡੇ ਮਹਾਂਪੁਰਖ ਕਿਆ ਕਰਦੇ ਸਨ। 7 ਪ੍ਰਕਾਰ ਦੇ ਸੁੱਖ ਹਨ ਸੰਸਾਰ ਵਿੱਚ, ਤੋ ਸਾਰੇ ਸੁੱਖਾਂ ਦੀ ਚਰਚਾ ਵੀ ਕਰ ਰਹੇ ਹਨ। ਸਰੀਰਕ ਸੁੱਖ ਹੈ, ਮਾਇਆ ਧਨ ਵਾਹਵਾ ਹੋਵੇ ਘਰ ਦੇ ਵਿੱਚ ਸੁੱਖ ਹੈ, ਘਰ ਵਧੀਆ ਜਗ੍ਹਾ 'ਤੇ ਹੋਵੇ ਸੁੱਖ ਹੈ, ਘਰ ਵਾਲੀ ਚੰਗੀ ਹੋਵੇ ਸੁੱਖ, ਜੇ ਤਾਂ ਸੰਸਾਰੀ ਲੋਕ ਗਣਾਉਂਦੇ ਹਨ ਸੁੱਖ। ਫਿਰ ਅਖੀਰ ਦੇ ਵਿੱਚ 7ਵਾਂ ਸੁੱਖ ਕਹਿੰਦੇ ਹਨ ਵੀ ਸਤਸੰਗ ਹੈ, ਭਾਵ ਕਿ 7ਵਾਂ ਸੁੱਖ ਲੈਣ ਵਾਸਤੇ ਸਾਡੇ ਕੋਲ ਆਓ ਵੀ ਅਸੀਂ ਤੁਹਾਡਾ ਮਨੋਰੰਜਨ ਕਰਾਂਗੇ ਵਾਜੇ ਵਜਾ ਕੇ, ਵੀ ਇਹ ਵੀ ਸੁੱਖ ਤੋਂ ਵਾਂਝੇ ਨਾ ਰਹਿ ਜਿਓ। ਤੁਸੀਂ ਦੇਖੋ, ਤੁਸੀਂ ਐਸੇ ਜਿਹੜੇ ਪ੍ਰਚਾਰਕ ਹਨ ਇਹ ਸੰਸਾਰ ਨੂੰ ਕਿਹੜੇ ਪਾਸੇ, ਸਾਧਕਾਂ ਨੂੰ, ਸ਼ਰਧਾਲੂਆਂ ਨੂੰ, ਧਾਰਮਿਕ ਲੋਕਾਂ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਹਨ। ਐਸਾ ਨਹੀਂ ਇਹ ਇਕੱਲੇ ਹੀ ਕਹਿ ਰਹੇ ਹਨ, ਐਸੇ ਮਹਾਂਪੁਰਸ਼ ਵੀ ਹੈ ਜਿਨ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਮਹਾਂਪੁਰਸ਼ ਕਹਿੰਦੇ ਸਨ, ਮਹਾਂਪੁਰਸ਼ ਵੀ ਐਸੇ ਬਹੁਤ ਹਨ ਜਿਹੜੇ ਸੰਸਾਰਿਕ ਸੁੱਖਾਂ ਦੇ ਵਿੱਚ ਉਲਝਾ ਰਹੇ ਹਨ ਤੇ ਲੋਕ ਇਹਨਾਂ ਨੂੰ ਸੁਣਦੇ ਹਨ, ਦੇਖੋ ਸਾਹਮਣੇ ਬੈਠ ਕੇ, ਤੇ ਉਹਨਾਂ ਨੂੰ ਵੀ ਚੰਗਾ ਲੱਗਦਾ ਹੈ, ਕਿਉਂਕਿ ਸੁੱਖਾਂ ਵਾਸਤੇ ਤੇ ਲੋਕ ਜਾ ਰਹੇ ਹਨ ਧਾਰਮਿਕ ਸਥਾਨਾਂ 'ਤੇ। ਤੇ ਜਦੋਂ ਸੁੱਖ ਦੀ ਗੱਲ ਹੋਵੇ ਤਾਂ ਮਨੋਕਾਮਨਾਵਾਂ ਜਿੱਥੇ ਪੂਰਨੀਆਂ ਹੁੰਦੀਆਂ ਹੋਣ ਤੇ ਉੱਥੇ ਆਦਮੀ ਜਾਂਦਾ। ਤੇ ਸੰਸਾਰਿਕ ਸੁੱਖਾਂ ਵਾਸਤੇ ਹੀ ਆਦਮੀ ਧਾਰਮਿਕ ਸਥਾਨਾਂ 'ਤੇ ਵੀ ਜਾਂਦਾ ਹੈ, ਧਾਰਮਿਕ ਲੋਕਾਂ ਨੂੰ ਵੀ ਸੁਣਦਾ। ਤੇ ਧਾਰਮਿਕ ਲੋਕ ਵੀ ਸੰਸਾਰ ਨਾਲ ਹੀ ਆਖਰਕਾਰ ਜੋੜਦੇ ਹਨ। ਤੁਸੀਂ ਦੇਖੋ, ਤੇ ਜਿਹੜੇ ਸੁੱਖਾਂ ਨੂੰ ਬਾਬੇ ਨਾਨਕ ਨੇ ਵਿਅਰਥ ਕਿਹਾ ਹੈ ਉਹਨਾਂ ਨੂੰ ਹੀ ਇਹ ਮੰਨਣ ਵਾਲੇ ਹਨ। ਇਹ ਵੀ ਗੱਲ ਖਿਆਲ ਵਿੱਚ ਰੱਖਿਓ ਵੀ ਬਾਬੇ ਨਾਨਕ ਦੇ ਉਪਦੇਸ਼ ਨੂੰ ਪੜ੍ਹ ਕੇ ਸਮਝ ਵੀ ਲੈਣ, ਅਗਰ ਪ੍ਰਚਾਰਕ ਸਮਝ ਰਹੇ ਹਨ, ਐਸਾ ਨਹੀਂ ਹੈ, ਅਰਥ ਵੀ ਕਰ ਰਹੇ ਹਨ, ਤਾਂ ਵੀ ਉਹਨਾਂ ਦੇ ਉਪਦੇਸ਼ ਨੂੰ ਸਮਝ ਨਹੀਂ ਪਾਉਣਗੇ। ਜਿੰਨਾ ਚਿਰ ਆਪਾਂ ਜਾਣਦੇ ਨਹੀਂ ਹਨ ਉਹਨਾਂ ਚਿਰ ਉਹਨਾਂ ਦੇ ਭਾਵ ਨੂੰ ਸਮਝਿਆ ਨਹੀਂ ਜਾ ਸਕਦਾ। ਐਸਾ ਨਹੀਂ ਹੈ ਵੀ ਬਹੁਤ ਪੜ੍ਹਿਆ ਲਿਖਿਆ ਕੋਈ ਬੋਲ ਰਿਹਾ ਹੈ ਪ੍ਰਚਾਰਕ, ਤੁਸੀਂ ਕਹਿ ਦਿੰਦੇ ਬੜਾ ਗਿਆਨ ਹੈ। ਤੇ ਇਹੋ ਜਿਹੇ ਪ੍ਰਚਾਰਕ ਬਹੁਤ ਹਨ, ਜ਼ਿਆਦਾਤਰ ਸੰਸਾਰ ਨਾਲ ਜੋੜਨ ਵਾਲੇ ਹੀ ਹਨ ਤੇ ਨਵੇਂ ਤੋਂ ਨਵਾਂ ਪ੍ਰਲੋਭਨ ਦਿੰਦੇ ਹਨ। ਤੇ ਸੰਸਾਰ ਦੇ ਨਾਲ ਜੋੜ ਰਹੇ ਹਨ। ਇਹਦੇ ਉਲਟਾ ਹੀ ਕੰਮ ਹੋ ਰਿਹਾ ਹੈ ਨਾ। ਜਿਵੇਂ ਸੰਸਾਰਿਕ ਲੋਕ ਸੁੱਖਾਂ ਵਾਸਤੇ ਕਹਿੰਦੇ ਹਨ ਬੱਚਿਆਂ ਨੂੰ, ਉੱਦਾਂ ਹੀ ਧਾਰਮਿਕ ਲੋਕ ਸੁੱਖਾਂ ਵਾਸਤੇ ਤੁਹਾਨੂੰ ਕਹਿ ਰਹੇ ਹਨ। ਤੇ ਤੁਸੀਂ ਚਾਹੁੰਦੇ ਹੋ ਸੁੱਖ, ਪਰ ਗੁਰੂ ਸਾਹਿਬ ਜੀ ਸੁੱਖ ਕਿਹਨੂੰ ਕਹਿੰਦੇ ਹਨ? ਕਹਿੰਦੇ ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ।
ਉਹ ਤੇ ਕਹਿੰਦੇ ਹਨ ਵੀ ਸੁੱਖ ਹੈ ਹੀ ਨਹੀਂ ਸੰਸਾਰ 'ਚ। ਨਾਨਕ ਦੁਖੀਆ ਸਭ ਸੰਸਾਰ, ਸੁੱਖ ਹੋ ਨਹੀਂ ਸਕਦਾ ਸੰਸਾਰ 'ਚ। ਇਹ ਮੈਂ ਵੀ ਕਹਿ ਦਿੰਦਾ, ਹੈ ਨਹੀਂ। ਜਿਹੜਾ ਵੀ ਜਾਣਦਾ ਉਹ ਹੀ ਕਹੂਗਾ ਵੀ ਸੰਸਾਰ ਦੁੱਖ ਰੂਪ ਹੈ, ਇਹਦੇ 'ਚ ਸੁੱਖ ਕਿੱਥੇ। ਤਦੇ ਤੇ ਸੰਸਾਰ ਤੋਂ ਮੁਕਤ ਹੋਣ ਵਾਸਤੇ ਜਿਹੜੇ ਸਮਝਦਾਰ ਸਨ ਉਹ ਸੰਸਾਰ ਨੂੰ ਛੱਡ ਗਏ। ਦੇਖੋ ਤੁਸੀਂ, ਕਮਾਲ ਦੀ ਗੱਲ, ਇਹ ਸੁੱਖਾਂ ਦੀ ਗੱਲ ਕਰ ਰਹੇ ਹਨ ਨਾ, ਤਾਂ ਉਹਨਾਂ ਕੋਲ ਸਾਰੇ ਹੀ ਸੁੱਖ ਸਨ। ਰਾਜ ਮਹਿਲ ਸਨ, ਪੁੱਤਰ ਸਨ, ਸੁੰਦਰ ਇਸਤਰੀਆਂ ਸਨ, ਸਭ ਕੁਝ ਸੀ। ਉਹ ਸਭ ਕੁਝ ਛੱਡ ਕੇ ਤੇ ਵਾਸਤਵਿਕ ਦੇ ਵਿੱਚ ਸੁੱਖ ਵੱਲ ਨਿਕਲੇ ਹਨ। ਉਹ ਸੁੱਖ ਤੁਹਾਡੇ ਅੰਦਰ ਹੈ, ਪਰ ਉਹ ਸੁੱਖ ਵੱਲ ਤੇ ਕੋਈ ਵੀ ਨਹੀਂ ਜਾਣਦਾ ਹੈ, ਨਾ ਜਾਂਦਾ ਹੈ। ਬਾਹਰੀ ਸੁੱਖਾਂ ਨੂੰ ਹੀ ਖੋਜਦੇ ਰਹਿੰਦੇ ਹਨ ਧਾਰਮਿਕ ਲੋਕ ਵੀ, ਅਧਿਆਤਮਿਕ ਲੋਕ ਵੀ। ਦੇਖੋ ਕਮਾਲ ਦੀ ਗੱਲ, ਹੈਰਾਨਗੀ ਹੁੰਦੀ ਹੈ ਕਈ ਵਾਰ। ਤੇ ਕਹਿੰਦੇ ਹਨ ਨਾ ਭਗਤਾਂ ਨੇ ਸੁੱਖ ਮੰਗਿਆ ਸੀ। ਨਹੀਂ, ਭਗਤ ਤੇ ਕਹਿੰਦੇ ਹਨ ਸੁਖ ਮੰਗਤ ਦੁੱਖ ਆਗ ਲਿਆਵੇ, ਸੋ ਸੁਖ ਹਮਹੂ ਨਾ ਮੰਗਿਆ ਪਾਵੇ। ਕਹਿੰਦੇ ਅਸੀਂ ਕਿਉਂ ਸੁੱਖ ਮੰਗੀ, ਸੁੱਖ ਮੰਗੋ ਤੇ ਦੁੱਖ ਅੱਗੇ ਆਉਂਦਾ ਹੈ। ਸੰਸਾਰਿਕ ਸੁੱਖ ਜਿਹੜਾ ਹੈ ਨਾ, ਇਹਦੇ ਨਾਲ ਦੁੱਖ ਵੱਧਦਾ ਹੈ ਅਗਰ ਤੁਸੀਂ ਵਾਸਤਵਿਕ ਦੇ ਵਿੱਚ ਜਾਣੋ। ਜਿਵੇਂ ਇਵੇਂ ਸਮਝ ਲਵੋ ਵੀ ਸਰੀਰਕ ਸੁੱਖ ਜਿੰਨੇ ਤੁਸੀਂ ਭੋਗਦੇ ਹੋ ਓਨਾ ਹੀ ਸਰੀਰ ਸੰਵੇਦਨਸ਼ੀਲ ਹੁੰਦਾ ਹੈ। ਜਿਵੇਂ ਕੋਈ ਹੁਣ ਗਰਮੀਆਂ ਦੇ ਦਿਨਾਂ ਦੇ ਵਿੱਚ ਏਸੀ ਰੂਮ ਦੇ ਵਿੱਚ ਰਹਿੰਦਾ ਹੈ, ਤਾਂ ਬਾਹਰ ਦਰਖਤ ਦੇ ਥੱਲੇ ਨਹੀਂ ਬੈਠ ਸਕਦਾ, ਕਿਉਂਕਿ ਉਹਦਾ ਸਰੀਰ ਸੰਵੇਦਨਸ਼ੀਲ ਹੈ। ਉਹਨੂੰ ਉਹ ਸੁੱਖ ਦੇ ਵਿੱਚ ਰਹਿਣ ਦੀ ਆਦਤ ਬਣ ਗਈ। ਹੁਣ ਉਹ ਬਾਹਰ ਨਹੀਂ ਰਹਿ ਸਕਦਾ। ਹੁਣ ਜਿਹੜਾ ਬਾਹਰ ਕੰਮ ਕਰ ਰਿਹਾ ਹੈ ਸੜਕ 'ਤੇ ਧੁੱਪ ਦੇ ਵਿੱਚ, ਉਹ ਦਰਖਤ ਦੇ ਥੱਲੇ ਬੈਠ ਕੇ ਵੈਸਾ ਹੀ ਆਨੰਦ ਮਾਣਦਾ ਹੈ ਜੈਸਾ ਉਹ ਏਸੀ 'ਚ ਬੈਠਾ ਹੋਇਆ, ਸਗੋਂ ਜ਼ਿਆਦਾ ਮਾਣਦਾ ਹੈ। ਅਤੇ ਸਰੀਰਕ ਸੁੱਖ ਅਤੇ ਦੁੱਖ ਨੂੰ ਵਧਾਉਂਦੇ ਹਨ, ਘਟਾਉਂਦੇ ਥੋੜ੍ਹੀ ਹਨ। ਅਤੇ ਮਾਨਸਿਕ ਸੁੱਖ ਵੀ ਇੱਦਾਂ ਹੀ। ਮਾਨਸਿਕ ਸੁੱਖ ਜਦੋਂ ਮਿਲ ਜਾਂਦਾ ਹੈ ਉਦੋਂ ਤੇ ਆਦਮੀ ਨੂੰ ਲੱਗਦਾ ਚੰਗਾ, ਵਧੀਆ ਲੱਗਦਾ ਹੈ, ਖੁਸ਼ ਹੁੰਦਾ ਹੈ। ਪਰ ਉਹਦੇ ਪਿੱਛੇ ਹੀ ਦੁੱਖ ਆ ਜਾਂਦਾ ਹੈ, ਕੋਈ ਨਾ ਕੋਈ ਬਿਪਤਾ ਆ ਜਾਂਦੀ, ਫਿਰ ਉਹ ਉੱਥੇ ਹੀ ਆ ਜਾਂਦਾ ਹੈ ਮੁੜ ਕੇ। ਅਤੇ ਸੰਸਾਰਿਕ ਸੁੱਖ ਵਾਸਤਵਿਕ ਥੋੜ੍ਹੇ ਹਨ। ਜਿਹੜੇ ਸੰਸਾਰ ਨੂੰ ਵਾਸਤਵਿਕ ਸੱਚ ਸਮਝ ਰਹੇ ਉਹਨਾਂ ਵਾਸਤੇ ਸੱਚ ਹਨ ਸੁੱਖ। ਉਹ ਸੁੱਖਾਂ ਦੀਆਂ ਗੱਲਾਂ ਕਰੀ ਜਾਂਦੇ ਆ। ਅਤੇ ਸੁੱਖ ਸਦਾ ਰਹਿੰਦੇ ਵੀ ਨਹੀਂ ਹਨ, ਟਿਕਦੇ ਵੀ ਨਹੀਂ ਹੈ। ਕਿਹਦੇ ਟਿਕੇ ਹਨ? ਕਿਹੜਾ ਸਦਾ ਸੁਖੀ ਰਿਹਾ ਹੈ? ਜੇ ਸੰਸਾਰ ਦੇ ਵਿੱਚ ਸੁੱਖ ਹੀ ਮਿਲਦਾ ਹੁੰਦਾ ਤੇ ਪ੍ਰਭੂ ਦੇ ਪਿਆਰੇ ਕਿਉਂ ਕਹਿੰਦੇ ਸੰਸਾਰ ਦੇ ਵਿੱਚੋਂ ਮੁਕਤ ਹੋਣ ਵਾਸਤੇ? ਮੁਕਤ ਦਾ ਕੀ ਭਾਅ ਹੁੰਦਾ ਸੰਸਾਰ 'ਚੋਂ ਮੁਕਤ ਹੋਣ ਦਾ? ਵੀ ਸੰਸਾਰ ਦੇ ਸੁੱਖ ਨਹੀਂ ਚਾਹੀਦੇ ਹਨ, ਸੰਸਾਰ ਦੀ ਚਾਹਤ ਖਤਮ, ਸੰਸਾਰ ਦੇ ਵਿੱਚੋਂ ਕੁਝ ਵੀ ਨਹੀਂ ਚਾਹੀਦਾ, ਕਿਉਂਕਿ ਇਹ ਝੂਠ ਹਨ ਸੁੱਖ। ਇਹ ਤਾਂ ਸੁੱਖ ਵੈਸੇ ਹੀ ਹਨ ਜਿਵੇਂ ਸੁਪਨੇ ਦੇ ਸੁੱਖ ਹਨ। ਇਸ ਕਰਕੇ ਸੰਸਾਰ ਨੂੰ ਸੁਪਨਾ ਕਿਹਾ ਹੈ। ਜੈਸੇ ਸਪਨਾ ਰਹਿਣ ਕਾ ਤੈਸਾ ਹੈ ਸੰਸਾਰ। ਜਿਵੇਂ ਤੁਸੀਂ ਰਾਤ ਨੂੰ ਸੁੱਤੇ ਪਏ ਸੁਪਨਾ ਦੇਖਦੇ ਹੋ ਅਤੇ ਸੁਪਨੇ ਦੇ ਵਿੱਚ ਤੁਸੀਂ ਸੁੱਖ ਮਾਣਦੇ ਹੋ, ਬੜਾ ਸੁੱਖ ਮਿਲਦਾ ਹੈ। ਕੋਈ ਸੁਖਦਾਈ ਸੁਪਨਾ ਆਇਆ ਹੋਵੇ, ਜਿਵੇਂ ਕਹਿੰਦੇ ਹਨ 7 ਪ੍ਰਕਾਰ ਦੇ ਸੁੱਖ ਸੁਪਨੇ 'ਚ ਵੀ ਮਿਲ ਜਾਂਦੇ ਹਨ ਕਈਆਂ ਨੂੰ। ਪਰ ਜਦੋਂ ਸੁਪਨਾ ਸਮਾਪਤ ਹੁੰਦਾ ਹੈ ਤਾਂ ਉਦੋਂ ਤੁਸੀਂ ਜਾਣਦੇ ਹੋ ਵੀ ਸੁੱਖ ਕਿੱਥੇ ਹੈ। ਪਰ ਜਦੋਂ ਮਾਣ ਰਹੇ ਸੀ ਉਦੋਂ ਤਾਂ ਵਾਸਤਵਿਕ ਲੱਗ ਰਹੇ ਸੀ। ਇੱਦਾਂ ਹੀ ਸੰਸਾਰ ਦੇ ਹਨ। ਜਦੋਂ ਸੰਸਾਰ ਦਾ ਸੁਪਨਾ ਵੀ ਪੂਰਾ ਹੁੰਦਾ ਹੈ ਤਾਂ ਉਦੋਂ ਆਦਮੀ ਵੀ ਜਾਣਦਾ ਹੈ ਵੀ ਸੁੱਖ ਕਿੱਥੇ ਸੀ, ਮੈਂ ਭੋਗਿਆ ਕਦੇ ਸੁੱਖ। ਤੁਸੀਂ ਪਿੱਛੇ ਦੇਖੋ, ਖਿਆਲ ਕਰੋ ਜ਼ਿੰਦਗੀ 'ਚ ਕਿੰਨਾ ਕੁ ਸੁੱਖ ਭੋਗਿਆ ਹੈ।
ਖਿਆਲ ਹੀ ਹੈ ਤੁਹਾਨੂੰ ਸੁੱਖ ਦਾ। ਤੇ ਥੋੜ੍ਹਾ ਜਿਹਾ ਕੁਛ ਆ ਜਾਵੇ ਤੇ ਆਦਮੀ ਖੁਸ਼ ਹੋ ਜਾਂਦਾ ਹੈ, ਤੇ ਜਦੋਂ ਚਲੇ ਜਾਵੇ ਤੇ ਦੁਖੀ ਹੋ ਜਾਂਦਾ ਹੈ। ਕਹਿੰਦੇ ਨਾ, ਜਬ ਕਛ ਪਾਵੈ ਤਾਂ ਗਰਭ ਕਰਤ ਹੈ, ਮਾਇਆ ਗਈ ਤਾਂ ਰੋਵਨ ਲਗਤ ਹੈ। ਜਿਵੇਂ ਆ ਦੂਸਰੇ ਗਰੁੱਪ ਵਿੱਚ ਵੀ ਇੱਕ ਸੱਜਣ ਨੇ ਲਿਖਿਆ ਹੈ ਨਾ, ਵੀ ਗੁਰਮੁਖ ਵੀ ਹੱਸਦਾ ਹੈ, ਖੁਸ਼ ਹੁੰਦਾ ਹੈ ਕਿਸੇ ਕਾਰਨ ਕਰਕੇ। ਮਨਮੁਖ ਵੀ ਹੱਸਦਾ ਹੈ, ਖੁਸ਼ ਹੁੰਦਾ ਹੈ ਕਿਸੇ ਕਾਰਨ ਕਰਕੇ। ਤੇ ਜਿਹੜਾ ਬਾਹਰ ਸੰਸਾਰ ਦੇ ਕਾਰਨਾਂ 'ਤੇ ਨਿਰਭਰ ਹੈ ਖੁਸ਼ੀ, ਤਾਂ ਖੁਸ਼ੀ ਸਦਾ ਥੋੜ੍ਹੀ ਟਿਕੇਗੀ, ਕਿਉਂਕਿ ਕਾਰਨ 'ਤੇ ਨਿਰਭਰ ਹੈ ਨਾ। ਧਨ ਆ ਗਿਆ, ਖੁਸ਼ੀ ਹੋਊਗੀ। ਜੇ ਚਲੇ ਗਿਆ ਤੇ ਪਰਿਵਾਰ ਦੇ ਵਿੱਚ ਸਭ ਕੁਝ ਠੀਕ ਹੈ, ਖੁਸ਼ ਹੋ ਤੁਸੀਂ, ਤੇ ਸਦਾ ਠੀਕ ਥੋੜ੍ਹੀ ਰਹੇਗਾ। ਜੇ ਖੁਸ਼ ਰਹੋਗੇ ਤੁਸੀਂ, ਖੁਸ਼ੀਆਂ ਮਾਣੋਗੇ ਸੰਸਾਰ ਦੇ ਵਿੱਚ, ਕੁਛ ਮਿਲ ਗਿਆ, ਕੁਛ ਪ੍ਰਾਪਤ ਹੋ ਗਿਆ, ਤੇ ਉਹਦੇ ਪਿੱਛੇ ਦੁੱਖ ਵੀ ਆਉਂਦਾ ਹੈ। ਜੇ ਖੁਸ਼ ਹੋਗੇ ਤੇ ਦੁਖੀ ਵੀ ਓਨੇ ਹੀ ਹੋਵੋਗੇ, ਤੜਫੋਗੇ ਵੀ ਓਨੇ ਹੀ। ਤੇ ਜਿਹੜੇ ਇਹ ਖੁਸ਼ੀਆਂ ਨੂੰ ਛੱਡ ਕੇ ਸੰਸਾਰਿਕ ਤੇ ਗੁਰੂਆਂ ਕੋਲ ਆਏ ਸਨ, ਉਹ ਬਾਹਰ ਦੀਆਂ ਖੁਸ਼ੀਆਂ ਨੂੰ ਛੱਡ ਕੇ ਆਏ ਸਨ ਸੰਸਾਰ ਦੀਆਂ। ਉਹਨਾਂ ਨੇ ਜਾਣਿਆ ਸੀ ਸੰਸਾਰ ਦੀਆਂ ਖੁਸ਼ੀਆਂ ਵਿਅਰਥ ਹਨ, ਝੂਠ ਹਨ, ਛਲਾਵਾ ਹਨ, ਧੋਖਾ ਹੈ ਸੰਸਾਰ ਦੀ ਖੁਸ਼ੀ ਸੁੱਖ। ਤਾਂ ਹੀ ਉਹ ਗੁਰੂਆਂ ਕੋਲ ਆਏ ਸੀ ਨਾ। ਵਾਸਤਵਿਕ ਜੋ ਅੰਦਰ ਹੈ, ਜਿਹੜੀ ਖੁਸ਼ੀ ਵਾਸਤੇ। ਹੁਣ ਦੇਖੋ, ਇਹ ਜਿਹੜੇ ਪ੍ਰਚਾਰਕ ਹਨ, ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਵਾਸਤੇ ਵੀ ਬਹੁਤ ਕਹਿੰਦੇ ਹਨ, ਉਹ ਵੀ ਬਾਹਰ ਸੰਸਾਰ ਦੇ ਸੁੱਖਾਂ ਵਾਸਤੇ। ਪਰ ਉਹਦੇ ਅੰਦਰ ਕੀ ਲਿਖਿਆ ਹੋਇਆ ਹੈ? ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਉਹ ਤੁਹਾਡੇ ਅੰਦਰ ਹੈ ਸੁੱਖ, ਉਹ ਖੁਸ਼ੀ, ਉਹ ਆਨੰਦ, ਉਹ ਖਜ਼ਾਨਾ ਤੁਹਾਡੇ ਅੰਦਰ ਹੈ। ਤੇ ਬਾਹਰਲੀਆਂ ਜਿਹੜੀਆਂ ਖੁਸ਼ੀਆਂ ਹਨ, ਉਹ ਤੇ ਨਿਰਭਰ ਹਨ ਕਿਸੇ ਚੀਜ਼ 'ਤੇ, ਉਹਨਾਂ ਦਾ ਕੋਈ ਕਾਰਨ ਹੈ। ਪਰ ਅੰਦਰਲੀ ਜਿਹੜੀ ਖੁਸ਼ੀ ਹੈ ਉਹ ਅਕਾਰਨ ਹੈ। ਤੇ ਜਿਹੜਾ ਉਹ ਖੁਸ਼ੀ ਨੂੰ ਪਾ ਲੈਂਦਾ, ਉਹ ਬਾਹਰਲੀਆਂ ਖੁਸ਼ੀਆਂ ਮਿਲ ਵੀ ਜਾਣ ਤਾਂ ਵੀ ਬਹੁਤਾ ਨਹੀਂ ਖੁਸ਼ ਹੁੰਦਾ ਹੈ। ਉਹਨੂੰ ਪਤਾ ਹੈ ਵੀ ਇਹ ਕੁਛ ਵੀ ਨਹੀਂ ਹੈ। ਜਿਵੇਂ ਇਵੇਂ ਸਮਝ ਲਵੋ ਤੁਸੀਂ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਸਿੱਖ ਸੰਗਤਾਂ ਬਹੁਤ ਉਪਹਾਰ ਲੈ ਕੇ ਆਉਂਦੀਆਂ ਸਨ, ਚੰਗੇ ਚੰਗੇ ਪ੍ਰਸਾਦੀ ਹਾਥੀ ਲੈ ਕੇ ਆਇਆ, ਕੋਈ ਘੋੜੇ ਲੈ ਕੇ ਆਇਆ, ਅਮੋਲਕ ਚੀਜ਼ਾਂ ਉਹਨਾਂ ਕੋਲ, ਬਹੁਮੁੱਲ ਚੀਜ਼ਾਂ ਆ ਰਹੀਆਂ ਸਨ। ਤੇ ਤੁਹਾਡੇ ਵਰਗੇ ਸੋਚਦੇ ਹੋਣੇ ਵੀ ਬੜਾ ਖੁਸ਼ ਹੁੰਦੇ ਹੋਣਗੇ ਗੁਰੂ ਸਾਹਿਬ ਜੀ, ਹੈ ਨਾ, ਕਿ ਕਿੰਨਾ ਵਧੀਆ ਲੱਗਦਾ ਹੋਊਗਾ ਉਹਨਾਂ ਨੂੰ, ਕਿੰਨੇ ਤੋਹਫੇ ਆ ਰਹੇ। ਅਗਰ ਉਦੋਂ ਉਹ ਖੁਸ਼ ਹੁੰਦੇ ਨਾ, ਜਦੋਂ ਸਭ ਕੁਛ ਭਰਪੂਰ ਸੀ, ਤੇ ਦੂਸਰਾ ਪੱਖ ਵੀ ਸੋਚਣ ਵਾਲਾ ਹੈ। ਜਦੋਂ ਉਹਨਾਂ ਦੇ ਪੁੱਤਰ ਸ਼ਹੀਦ ਹੋਏ, ਸਭ ਕੁਛ ਉਹਨਾਂ ਦਾ ਛੁੱਟ ਗਿਆ, ਕੁਛ ਵੀ ਕੋਲ ਨਹੀਂ ਹੈ, ਉਦੋਂ ਉਹ ਰੋਂਦੇ ਉੱਚੀ ਉੱਚੀ। ਫਿਰ ਦੂਸਰੇ ਪੱਖ ਦੇ ਵਿੱਚ ਵੀ ਗੁਜ਼ਰਨਾ ਸੀ ਉਹਨਾਂ ਨੇ, ਪਰ ਉਹ ਰੋਏ ਹਨ ਨਹੀਂ। ਉਹ ਜਾਣਦੇ ਸਨ ਇਹ ਖੁਸ਼ੀਆਂ ਜਿਹੜੀਆਂ ਹਨ ਬਾਹਰ ਦੀਆਂ, ਜੋ ਵੀ ਮਿਲ ਰਿਹਾ ਹੈ, ਆ ਰਿਹਾ ਹੈ, ਤੇ ਸਭ ਝੂਠ ਹੈ। 4 ਦਿਨ ਦੀ ਚਾਂਦਨੀ, ਫਿਰ ਅੰਧੇਰੀ ਰਾਤ। ਵਾਸਤਵਿਕ ਥੋੜ੍ਹੀ ਹੈ। ਇਹ ਸਭ ਕੁਛ ਜਾਣਾ ਹੈ, ਛੁੱਟਣਾ ਹੈ, ਮਰਨਾ ਹੈ, ਤਾਂ ਪਹਿਲਾਂ ਹੀ ਜਾਣਦੇ ਸਨ। ਪਰਿਵਾਰ ਨੇ ਵੀ ਜਾਣਾ ਹੈ। ਤੋ ਸੁੱਖ ਦੇ ਵਿੱਚ ਬਹੁਤੇ ਖੁਸ਼ ਨਹੀਂ ਹੁੰਦੇ। ਜੋ ਨਰ ਸੁਖ ਮੈਂ ਸੁਖ ਨਹੀਂ ਮਾਨੇ, ਦੁੱਖ ਸਨੇਹ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਹਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ। ਉਹ ਹੈ ਗਿਆਨੀ, ਜਿਹੜਾ ਸੁੱਖ ਦੇ ਵਿੱਚ ਬਹੁਤਾ ਉਛਲਦਾ ਨਹੀਂ, ਦਿਖਾਉਂਦਾ ਨਹੀਂ, ਜਿਹਨੂੰ ਖੁਸ਼ੀ ਹੁੰਦੀ ਨਹੀਂ। ਸੰਸਾਰਿਕ ਸੁੱਖ ਹੈ, ਕਿਆ ਹੈ? ਕੁਛ ਵੀ ਨਹੀਂ। ਤੋ ਦੁੱਖ ਦੇ ਵਿੱਚ ਦੁਖੀ ਵੀ ਨਹੀਂ ਹੁੰਦਾ। ਸੁੱਖ ਦੇ ਨਾਲ ਸਨੇਹ ਨਹੀਂ ਹੈ, ਜਿਹਨੂੰ ਪ੍ਰੀਤ ਨਹੀਂ ਹੈ, ਜਿਹੜਾ ਚਾਹੁੰਦਾ ਨਹੀਂ ਸੰਸਾਰ ਦੇ ਵਿੱਚ ਸੁੱਖ।
ਉਹ ਹੈ ਪ੍ਰਭੂ ਦਾ ਪਿਆਰਾ, ਉਹ ਹੈ ਗਿਆਨਵਾਨ। ਖਿਆਲ ਵਿੱਚ ਰੱਖਿਓ, ਅਗਰ ਤੁਸੀਂ ਸੰਸਾਰਿਕ ਸੁੱਖ ਚਾਹੁੰਦੇ ਹੋ ਨਾ, ਫਿਰ ਤੁਸੀਂ ਨਾ ਸੁਣੋ। ਇਹ ਮੈਂ ਪਹਿਲਾਂ ਵੀ ਕਿਹਾ ਸੀ ਵੀ ਜਿਹਨੂੰ ਸੰਸਾਰ 'ਚ ਕੁਝ ਵੀ ਚਾਹੀਦਾ ਹੈ, ਸੁੱਖ ਚਾਹੀਦੇ ਹਨ ਸੰਸਾਰ ਵਿੱਚ, ਅਤੇ ਤੁਸੀਂ ਵਾਸਤਵਿਕ ਦੇ ਵਿੱਚ ਇੱਧਰ ਨਹੀਂ ਆ ਸਕਦੇ। ਇੱਧਰ ਸੰਸਾਰਿਕ ਸੁੱਖਾਂ ਦੀ ਗੱਲ ਨਹੀਂ ਕੀਤੀ ਜਾ ਰਹੀ, ਇੱਧਰ ਵਾਸਤਵਿਕ ਉਹ ਸੁੱਖ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਤੁਹਾਡੇ ਅੰਦਰ ਹੈ। ਅਤੇ ਅੰਦਰ ਵਾਲੇ ਸੁੱਖ ਨੂੰ ਪਾਉਣ ਵਾਸਤੇ ਬਾਹਰ ਦੇ ਸੁੱਖ ਸਾਰੇ ਹੀ ਛੱਡਣੇ ਹਨ। ਅਗਰ ਤੁਸੀਂ ਛੱਡਣ ਨੂੰ ਤਿਆਰ ਹੋ ਤਾਂ ਤੁਸੀਂ ਅੰਦਰ ਵਾਲੇ ਨੂੰ ਪਾ ਸਕਦੇ ਹੋ। ਫਿਰ ਅੰਦਰ ਵਾਲਾ ਵਾਸਤਵਿਕ ਹੈ, ਉਹ ਤੁਹਾਡਾ ਆਪਣਾ ਹੈ, ਉਹ ਅਕਾਰਨ ਹੈ। ਬਾਹਰ ਵਾਲੀ ਖੁਸ਼ੀ ਤਾਂ ਕਿਸੇ ਕਾਰਨ ਮਿਲਦੀ ਹੈ ਤੁਹਾਨੂੰ ਸੰਸਾਰ ਵਿੱਚ। ਅੰਦਰ ਦਾ ਜਿਹੜਾ ਆਨੰਦ ਹੈ ਨਾ, ਉਹ ਅਕਾਰਨ ਹੈ। ਹੁਣ ਜੇ ਬਾਹਰ ਕਿਸੇ ਕਾਰਨ ਮਿਲ ਰਿਹਾ ਹੈ ਤੁਹਾਨੂੰ ਖੁਸ਼ੀ ਮਿਲਦੀ ਹੈ, ਉਹ ਕਾਰਨ ਸਦਾ ਥੋੜ੍ਹੀ ਰਹੇਗਾ। ਸੰਸਾਰ ਦੇ ਵਿੱਚ ਤੁਸੀਂ ਸੋਚਦੇ ਹੋ ਵੀ ਜੋ ਵੀ ਇਹਨਾਂ ਨੇ ਦੱਸਿਆ ਹੈ ਸਾਰਾ ਕੁਝ ਸਦਾ ਥੋੜ੍ਹੀ ਬੰਦੇ ਕੋਲ ਰਹਿੰਦਾ ਹੈ। ਪਹਿਲੀ ਗੱਲ, ਸਾਰਾ ਕੁਝ ਹੁੰਦਾ ਹੀ ਨਹੀਂ ਕਿਸੇ ਕੋਲ। ਜੇ ਹੋਵੇ ਵੀ ਸਦਾ ਥੋੜ੍ਹੀ ਰਹਿਣਾ। ਬੁਢੇਪਾ ਵੀ ਆ ਰਿਹਾ ਹੈ, ਮੌਤ ਵੀ ਆ ਰਹੀ, ਸਭ ਕੁਝ ਛੁੱਟ ਜਾਣਾ। ਫਿਰ ਬੈਠ ਕੇ ਰੋਵੋਗੇ ਵੀ ਕੁਛ ਵੀ ਨਹੀਂ ਰਿਹਾ, ਕੋਈ ਵੀ ਸੁੱਖ ਨਹੀਂ ਰਿਹਾ। ਇਹ ਤਾਂ ਸੁੱਖ ਕਾਰਨ ਹਨ ਨਾ। ਜਿਹੜਾ ਕੋਈ ਸੁੱਖ ਕਾਰਨ ਹੈ, ਬਾਹਰ ਕਿਸੇ ਕਾਰਨ ਤੁਹਾਨੂੰ ਮਿਲ ਰਿਹਾ ਹੈ, ਉਹ ਸੁੱਖ ਵਾਸਤਵਿਕ ਨਹੀਂ ਹੈ। ਜਿਹੜਾ ਅਕਾਰਨ ਹੈ ਉਹ ਤੁਹਾਡੇ ਅੰਦਰ ਹੈ, ਉਹ ਸੁਭਾਵਿਕ ਹੈ, ਉਹ ਸਹਿਜ ਹੈ, ਉਹ ਕਦੇ ਵੀ ਛੁੱਟੇਗਾ ਨਹੀਂ, ਮਰਨ ਤੋਂ ਬਾਅਦ ਵੀ ਨਹੀਂ ਛੁੱਟੇਗਾ। ਸੰਸਾਰਿਕ ਸੁੱਖ ਤੇ ਮਰਨ ਵੇਲੇ ਛੁੱਟ ਜਾਣਗੇ, ਪਰ ਉਹ ਜਿਹੜਾ ਅੰਦਰ ਹੈ ਉਹ ਅਕਾਰਨ ਹੈ, ਉਹ ਸੰਸਾਰ 'ਤੇ ਨਿਰਭਰ ਨਹੀਂ ਹੈ। ਇਸ ਕਰਕੇ ਕੁਛ ਵੀ ਨਾ ਹੋਵੇ ਪ੍ਰਭੂ ਦੇ ਪਿਆਰੇ ਤੇ ਤਾਂ ਵੀ ਆਨੰਦਿਤ ਹੈ। ਅਤੇ ਉਹ ਅਕਾਰਨ ਹੈ, ਉਹ ਸੁੱਖ ਦੀ ਗੱਲ ਕੀਤੀ ਜਾ ਰਹੀ ਹੈ, ਉਹਨੂੰ ਆਨੰਦ ਕਹਿੰਦੇ ਹਨ। ਉਹ ਤੁਹਾਡੇ ਅੰਦਰ ਹੈ ਹੀਰਾ।